ਮੇਰੀ ਮਾਂ ਨੇ ਮੈਥੋਂ ਵਿਆਹ ਤੋਂ ਬਿਨਾਂ ਹੀ ਨਜਾਇਜ਼ ਬੱਚੇ ਨੂੰ ਜਨਮ ਦਿਵਾਇਆ। ਉਸ ਦੀ ਵਜ੍ਹਾ ਜਾਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਰਿਸ਼ਤਿਆਂ ਦਾ ਇਹ ਰੂਪ ਵੀ ਹੋ ਸਕਦਾ ਹੈ। ਮੈਨੂੰ ਆਪਣੀ ਮਾਂ ਨਾਲ ਨਫ਼ਰਤ ਸੀ। ਸ਼ਾਇਦ ਮੈਂ ਦੁਨੀਆ ਦੀ ਪਹਿਲੀ ਬੇਟੀ ਹੋਵਾਂਗੀ ਜੋ ਆਪਣੀ ਮਾਂ ਦੇ ਮਰਨ ਦੀਆਂ ਦੁਆਵਾਂ ਮੰਗਦੀ ਹੋਵੇ। ਬਹੁਤ ਨਫ਼ਰਤ ਸੀ ਮੈਨੂੰ ਉਸ ਔਰਤ ਨਾਲ। ਜੇ ਇੱਕ ਖੂਨ ਮਾਫ਼ ਹੁੰਦਾ ਤਾਂ ਮੈਂ ਉਸਦਾ ਖੂਨ ਕਰ ਦਿੰਦੀ। ਆਖਿਰ ਕੀ ਕਸੂਰ ਸੀ ਮੇਰਾ ਜੋ ਮੇਰੀ ਮਾਂ ਨੇ ਮੇਰੇ ਨਾਲ ਅਜਿਹਾ ਕੀਤਾ। ਮੇਰੇ ਅੰਦਰ ਇੱਕ ਨਜਾਇਜ਼ ਬੱਚਾ ਪਲ ਰਿਹਾ ਸੀ। ਮੇਰੀ ਮਾਂ ਨੇ ਮੈਨੂੰ ਅੰਦਰ ਬੰਦ ਕਰਕੇ ਰੱਖਿਆ ਹੋਇਆ ਸੀ। ਮੈਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਮੈਂ ਆਪਣੇ ਅੰਦਰ ਪਲ ਰਹੇ ਬੱਚੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਨਜਾਇਜ਼ ਸੀ ਤੇ ਮੇਰੇ ਨਾਲ ਹੋ ਰਹੇ ਜ਼ੁਲਮ ਦਾ ਨਤੀਜਾ ਸੀ। ਪਰ ਮੈਂ ਹੰਝੂ ਵਹਾਉਣ ਤੋਂ ਬਿਨਾਂ ਕੁਝ ਨਾ ਕਰ ਸਕੀ। ਜਦੋਂ ਤੱਕ ਮੇਰੇ ਪਾਪਾ ਜਿਉਂਦੇ ਸਨ ਮੇਰੀ ਜ਼ਿੰਦਗੀ ਬਹੁਤ ਖੂਬਸੂਰਤ ਸੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਮੈਂ ਆਪਣੇ ਪਾਪਾ ਦੀ ਸ਼ਹਿਜ਼ਾਦੀ ਸੀ। ਮੇਰੇ ਪਾਪਾ ਹੀ ਮੇਰੀ ਪੂਰੀ ਦੁਨੀਆ ਸਨ। ਉਹਨਾਂ ਨੇ ਮੇਰੇ 'ਤੇ ਕਦੇ ਕੋਈ ਆਂਚ ਨਹੀਂ ਆਉਣ ਦਿੱਤੀ। ਪਰ ਮੇਰੀ ਮਾਂ ਦਾ ਰਵੱਈਆ ਚੰਗਾ ਨਹੀਂ ਸੀ, ਨਾ ਹੀ ਮੇਰੇ ਪ੍ਰਤੀ ਤੇ ਨਾ ਹੀ ਮੇਰੇ ਪਾਪਾ ਦੇ ਪ੍ਰਤੀ। ਉਹ ਹਮੇਸ਼ਾ ਸਾਡੇ ਤੋਂ ਉਖੜੀ ਰਹਿੰਦੀ, ਸ਼ਾਇਦ ਇਸ ਲਈ ਕਿ ਮੇਰੀ ਮਾਂ ਬਹੁਤ ਸੋਹਣੀ ਸੀ ਤੇ ਪਾਪਾ ਸਧਾਰਨ ਸ਼ਕਲ ਸੂਰਤ ਦੇ ਸਨ। ਮੈਂ ਕਦੇ ਵੀ ਆਪਣੀ ਮਾਂ ਨੂੰ ਪਾਪਾ ਲਈ ਕੁਝ ਕਰਦੇ ਨਹੀਂ ਦੇਖਿਆ। ਉਹ ਹਮੇਸ਼ਾ ਆਪਣੇ ਆਪ ਨੂੰ ਸਵਾਰਦੀ ਰਹਿੰਦੀ। ਜਦੋਂ ਪਾਪਾ ਕੰਮ 'ਤੇ ਚਲੇ ਜਾਂਦੇ ਤਾਂ ਮੇਰੀ ਮਾਂ ਮੈਨੂੰ ਘਰ ਵਿੱਚ ਬੰਦ ਕਰਕੇ ਕਿਤੇ ਚਲੀ ਜਾਂਦੀ। ਮੈਂ ਆਪਣੀ ਮਾਂ ਨੂੰ ਸਵਾਲ ਵੀ ਕਰਦੀ ਉਹ ਕਿੱਥੇ ਜਾਂਦੀ ਹੈ ਤਾਂ ਉਹ ਮੈਨੂੰ ਕੁਝ ਨਾ ਦੱਸਦੀ। ਫਿਰ ਹੌਲੀ ਹੌਲੀ ਮੈਂ ਵੀ ਪੁੱਛਣਾ ਛੱਡ ਦਿੱਤਾ। ਜਿਵੇਂ ਜਿਵੇਂ ਮੈਂ ਵੱਡੀ ਹੋਈ ਪਾਪਾ ਦੇ ਸਾਰੇ ਕੰਮ ਕਰਨ ਲੱਗੀ, ਅਕਸਰ ਹੀ ਮੰਮੀ ਪਾਪਾ ਦੇ ਕਮਰੇ ਵਿੱਚੋਂ ਲੜਨ ਦੀਆਂ ਆਵਾਜ਼ਾਂ ਆਉਂਦੀਆਂ। ਮੇਰੀ ਮਾਂ ਹਮੇਸ਼ਾ ਪਾਪਾ ਨੂੰ ਉਹਨਾਂ ਦੀ ਸ਼ਕਲ ਸੂਰਤ ਬਾਰੇ ਸੁਣਾਉਂਦੀ ਰਹਿੰਦੀ, ਜਿਸ ਨਾਲ ਮੇਰੀ ਨਫ਼ਰਤ ਉਸ ਲਈ ਹੋਰ ਵੀ ਵੱਧ ਗਈ। ਮੈਂ ਦੇਖਣ ਵਿੱਚ ਆਪਣੀ ਮਾਂ ਵਰਗੀ ਸੀ ਪਰ ਦਿਲ ਮੇਰੇ ਪਾਪਾ ਵਰਗਾ ਸੀ। ਮੇਰੇ ਪਾਪਾ ਨੇ ਮਾਂ ਨੂੰ ਉਸਦੇ ਹਾਲ 'ਤੇ ਛੱਡ ਦਿੱਤਾ ਸੀ ਤੇ ਉਹ ਹੁਣ ਮੇਰੇ 'ਤੇ ਧਿਆਨ ਦਿੰਦੇ ਸਨ ਤਾਂ ਕਿ ਮੈਨੂੰ ਕੋਈ ਤਕਲੀਫ ਨਾ ਹੋਵੇ। ਸਮਾਂ ਗੁਜ਼ਰਦਾ ਗਿਆ। ਪਾਪਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਮੇਰੀ ਤਾਂ ਪੂਰੀ ਦੁਨੀਆ ਹੀ ਉੱਜੜ ਗਈ। ਮੈਂ ਉੱਚੀ ਉੱਚੀ ਰੋ ਰਹੀ ਸੀ ਪਰ ਮੇਰੀ ਮਾਂ ਦੀਆਂ ਅੱਖਾਂ ਵਿੱਚ ਇੱਕ ਹੰਝੂ ਵੀ ਨਾ ਆਇਆ। ਮੇਰੀ ਮਾਂ ਨੇ ਤਾਂ ਮੈਨੂੰ ਗਲੇ ਵੀ ਨਾ ਲਗਾਇਆ ਤੇ ਨਾ ਹੀ ਹੌਸਲਾ ਦਿੱਤਾ। ਮੇਰੇ ਪਾਪਾ ਚਾਹੇ ਸਧਾਰਨ ਸ਼ਕਲ ਸੂਰਤ ਦੇ ਸਨ ਪਰ ਦਿਲ ਦੇ ਬਹੁਤ ਚੰਗੇ ਸਨ। ਉਹਨਾਂ ਨੇ ਕਦੇ ਮਾਂ ਨਾਲ ਬਦਤਮੀਜ਼ੀ ਨਹੀਂ ਕੀਤੀ। ਪਾਪਾ ਦੇ ਮਰਨ ਦਾ ਮੇਰੀ ਮਾਂ 'ਤੇ ਕੋਈ ਅਸਰ ਨਾ ਹੋਇਆ। ਉਹ ਪਹਿਲਾਂ ਦੀ ਤਰ੍ਹਾਂ ਸੱਜ ਸਵਰ ਕੇ ਘਰੋਂ ਬਾਹਰ ਗਈ। ਮੈਂ ਸੋਚ ਰਹੀ ਸੀ ਕਿ ਕੋਈ ਇੰਨਾ ਵੀ ਪੱਥਰ ਦਿਲ ਕਿਵੇਂ ਹੋ ਸਕਦਾ ਹੈ। ਬਹੁਤ ਰਾਤ ਹੋ ਗਈ ਸੀ। ਮੈਂ ਘਰ ਵਿੱਚ ਇਕੱਲੀ ਸੀ। ਪਹਿਲਾਂ ਤਾਂ ਮੇਰੇ ਪਾਪਾ ਨਾਲ ਹੁੰਦੇ ਸਨ ਪਰ ਅੱਜ ਮੈਨੂੰ ਮਾਂ ਦਾ ਇੰਤਜ਼ਾਰ ਸੀ। ਮੈਂ ਡਰਦੇ ਮਾਰੇ ਪਾਪਾ ਦੇ ਕਮਰੇ ਵਿੱਚ ਆ ਗਈ। ਬਹੁਤ ਦੇਰ ਬਾਅਦ ਮੇਰੀ ਮਾਂ ਆਈ ਤਾਂ ਮੈਂ ਉਸ ਨਾਲ ਲਿਪਟ ਗਈ ਤੇ ਰੋਂਦੇ ਹੋਏ ਕਿਹਾ, ਮੈਂ ਬਹੁਤ ਡਰ ਗਈ ਸੀ, ਮੈਨੂੰ ਇਸ ਤਰ੍ਹਾਂ ਇਕੱਲਾ ਨਾ ਛੱਡਿਆ ਕਰੋ। ਪਰ ਮੇਰੀ ਮਾਂ ਨੇ ਮੈਨੂੰ ਇੱਕ ਝਟਕੇ ਵਿੱਚ ਆਪਣੇ ਤੋਂ ਦੂਰ ਕਰ ਦਿੱਤਾ ਤੇ ਕਿਹਾ ਕਿ ਹੁਣ ਇਸ ਦੀ ਆਦਤ ਪਾ ਲੈ, ਮੈਂ ਇਸੇ ਸਮੇਂ ਘਰ ਆਇਆ ਕਰਾਂਗੀ। ਇਹ ਸੁਣ ਕੇ ਮੇਰੀ ਨਫ਼ਰਤ ਮਾਂ ਲਈ ਹੋਰ ਵੱਧ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੀ ਮਾਂ ਦਾ ਵਿਵਹਾਰ ਮੇਰੇ ਪ੍ਰਤੀ ਅਜਿਹਾ ਕਿਉਂ ਹੈ। ਉਸਨੂੰ ਕੋਈ ਪਰਵਾਹ ਨਹੀਂ ਸੀ ਕਿ ਮੈਂ ਸਵੇਰ ਤੋਂ ਭੁੱਖੀ ਪਿਆਸੀ ਸੀ। ਮੇਰੇ ਪਾਪਾ ਨੂੰ ਮਰੇ ਕੁਝ ਸਮਾਂ ਹੀ ਹੋਇਆ ਸੀ। ਮੇਰੀ ਮਾਂ ਨੇ ਹੱਸ ਕੇ ਕਿਸੇ ਨਾਲ ਫ਼ੋਨ 'ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਗੱਲਾਂ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਉਹ ਕਿਸੇ ਮਰਦ ਨਾਲ ਗੱਲਾਂ ਕਰ ਰਹੀ ਹੁੰਦੀ। ਝਟਕਾ ਤਾਂ ਉਦੋਂ ਲੱਗਿਆ ਜਦੋਂ ਮੇਰੀ ਮਾਂ ਕਿਸੇ ਗੈਰ ਮਰਦ ਨਾਲ ਕਮਰੇ ਵਿੱਚ ਚਲੀ ਗਈ। ਮੈਂ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਈ। ਮੈਂ ਇਸ ਗੱਲ ਤੋਂ ਬੇਖਬਰ ਸੀ ਕਿ ਇਸ ਤਰ੍ਹਾਂ ਦੀ ਗੰਦਗੀ ਮੇਰਾ ਨਸੀਬ ਬਣਨ ਵਾਲੀ ਹੈ। ਉਸ ਦਿਨ ਪਹਿਲੀ ਵਾਰ ਮੈਂ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ। ਮੈਂ ਕਿਹਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕਰਦੇ ਹੋਏ? ਪਰ ਮੇਰੀ ਮਾਂ ਕਹਿਣ ਲੱਗੀ ਕਿ ਆਪਣੇ ਕੰਮ ਨਾਲ ਕੰਮ ਰੱਖ, ਬੇਕਾਰ ਹੀ ਮੇਰੀ ਜ਼ਿੰਦਗੀ ਵਿੱਚ ਟੰਗ ਨਾ ਅੜਾ, ਨਹੀਂ ਤਾਂ ਤੇਰਾ ਜਿਉਣਾ ਵੀ ਦੁਸ਼ਵਾਰ ਕਰ ਦੇਵਾਂਗੀ। ਤੂੰ ਮੇਰੇ ਪਤੀ ਦੀ ਬੇਟੀ ਹੈ, ਇਸ ਤੋਂ ਵੱਧ ਤੇਰਾ ਮੇਰੇ ਨਾਲ ਕੋਈ ਸਬੰਧ ਨਹੀਂ ਹੈ। ਸੁਣ ਕੇ ਮੇਰੀ ਰੂਹ ਕੰਬ ਗਈ ਕਿ ਇੱਕ ਮਾਂ ਆਪਣੀ ਧੀ ਤੋਂ ਇੰਨੀ ਨਫ਼ਰਤ ਕਿਉਂ ਕਰਦੀ ਸੀ। ਉਹ ਦੇਰ ਰਾਤ ਤੱਕ ਘਰ ਨਾ ਆਉਂਦੀ। ਇੱਕ ਰਾਤ ਜਦੋਂ ਉਹ ਘਰ ਆਈ ਤਾਂ ਇੱਕ ਆਦਮੀ ਦੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ। ਮੇਰੀ ਮਾਂ ਬਦਕਿਰਦਾਰ ਔਰਤ ਸੀ ਜੋ ਰੋਜ਼-ਰੋਜ਼ ਨਵੇਂ ਆਦਮੀ ਬਦਲਣ ਲੱਗੀ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਇਸ ਹੱਦ ਤੱਕ ਗਿਰ ਜਾਵੇਗੀ। ਇਹੀ ਸਿਲਸਿਲਾ ਚੱਲ ਰਿਹਾ ਸੀ। ਮਨ ਤਾਂ ਬਹੁਤ ਹੁੰਦਾ ਕਿ ਆਪਣੀ ਮਾਂ ਤੋਂ ਸਵਾਲ ਕਰਾਂ ਪਰ ਪਤਾ ਸੀ ਕਿ ਕੋਈ ਫਾਇਦਾ ਨਹੀਂ। ਮੇਰੀ ਉਮਰ 18 ਸਾਲ ਹੋਈ ਤਾਂ ਮੇਰੀ ਮਾਂ ਨੇ ਇੱਕ ਗੰਦਾ ਖੇਡ ਮੇਰੀ ਜ਼ਿੰਦਗੀ ਨਾਲ ਖੇਡਿਆ। ਉਸਨੇ ਇੱਕ ਦਿਨ ਮੇਰੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਖਾਣਾ ਖਾ ਕੇ ਮੈਨੂੰ ਚੱਕਰ ਆਉਣ ਲੱਗੇ। ਕੁਝ ਦੇਰ ਬਾਅਦ ਮੈਂ ਜਿੰਦਾ ਲਾਸ਼ ਬਣ ਚੁੱਕੀ ਸੀ। ਇੱਕ ਆਦਮੀ ਨੂੰ ਮੇਰੇ ਕਮਰੇ ਵਿੱਚ ਆਉਂਦੇ ਦੇਖਿਆ। ਉਸ ਤੋਂ ਬਾਅਦ ਮੈਨੂੰ ਕੋਈ ਹੋਸ਼ ਨਾ ਰਿਹਾ। ਪਰ ਜਦੋਂ ਹੋਸ਼ ਆਇਆ ਤਾਂ ਮੈਂ ਜਾਣ ਚੁੱਕੀ ਸੀ ਕਿ ਮੇਰੀ ਇੱਜ਼ਤ ਲੀਰੋ ਲੀਰ ਹੋ ਚੁੱਕੀ ਹੈ। ਮੈਂ ਸੋਚ ਲਿਆ ਕਿ ਹੁਣ ਮੈਂ ਆਪਣੇ ਆਪ ਨੂੰ ਖ਼ਤਮ ਕਰ ਦੇਣਾ ਹੈ। ਮੈਂ ਆਪਣੀ ਹੀ ਵੰਗ ਤੋੜ ਕੇ ਆਪਣੀ ਕਲਾਈ ਵਿੱਚ ਮਾਰ ਲਈ। ਖੂਨ ਦੀ ਤੇਜ਼ ਧਾਰ ਨਿਕਲਣ ਲੱਗੀ। ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਖ਼ਤਮ ਹੈ ਪਰ ਅਜਿਹਾ ਨਾ ਹੋਇਆ। ਮੇਰੀ ਅੱਖ ਹਸਪਤਾਲ ਦੀ ਬੈੱਡ 'ਤੇ ਖੁੱਲ੍ਹੀ। ਮੈਂ ਤਾਂ ਬਚ ਗਈ ਸੀ। ਮੇਰੀ ਮਾਂ ਮੈਨੂੰ ਘਰ ਲੈ ਆਈ ਤੇ ਕਿਹਾ ਕਿ
ਖਬਰਦਾਰ ਜੇ ਅੱਜ ਤੋਂ ਬਾਅਦ ਅਜਿਹਾ ਕੁਝ ਕੀਤਾ। ਕੁਝ ਸਮੇਂ ਬਾਅਦ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਮਾਂ ਮੈਨੂੰ ਇਸ ਮਕਸਦ ਲਈ ਇਸਤੇਮਾਲ ਕਰ ਸਕਦੀ ਹੈ। ਮੇਰੇ ਅੰਦਰ ਨਾਜਾਇਜ਼ ਬੱਚਾ ਪਲ ਰਿਹਾ ਸੀ। ਮੈਂ ਫਿਰ ਤੋਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੇਰੀ ਮਾਂ ਨੇ ਮੇਰੀ ਗਲ 'ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਕਿ ਇਸ ਤੋਂ ਬਾਅਦ ਕੋਈ ਅਜਿਹੀ ਹਰਕਤ ਕੀਤੀ ਤਾਂ ਇਸ ਤੋਂ ਵੀ ਬੁਰਾ ਅੰਜਾਮ ਹੋਵੇਗਾ। ਮੈਂ ਘਰੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਨਾਕਾਮ ਰਹੀ। ਮੇਰੀਆਂ ਹਰਕਤਾਂ ਦੇਖ ਕੇ ਮੇਰੀ ਮਾਂ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਕਿ ਜਦੋਂ ਤੱਕ ਬੱਚਾ ਇਸ ਦੁਨੀਆ ਵਿੱਚ ਨਹੀਂ ਆ ਜਾਂਦਾ ਤੂੰ ਇਸ ਕਮਰੇ ਵਿੱਚ ਬੰਦ ਰਹੇਂਗੀ। ਫਿਰ ਇੱਕ ਦਿਨ ਉਹੀ ਆਦਮੀ ਘਰ ਆਇਆ ਤੇ ਮਾਂ ਨੂੰ 1 ਲੱਖ ਰੁਪਏ ਦੇ ਕੇ ਕਹਿਣ ਲੱਗਿਆ ਕਿ ਮੇਰਾ ਬੱਚਾ ਤੰਦਰੁਸਤ ਪੈਦਾ ਹੋਣਾ ਚਾਹੀਦਾ ਹੈ। ਮੇਰੀ ਮਾਂ ਪੈਸੇ ਦੇਖ ਕੇ ਖੁਸ਼ ਹੋ ਗਈ। ਉਹ ਇਹ ਸਭ ਪੈਸਿਆਂ ਲਈ ਹੀ ਤਾਂ ਕਰ ਰਹੀ ਸੀ। ਉਹ ਆਦਮੀ ਵਿਆਹਿਆ ਹੋਇਆ ਸੀ ਪਰ ਉਸ 'ਤੇ ਕੋਈ ਔਲਾਦ ਨਹੀਂ ਸੀ। ਬੱਚੇ ਦੇ ਬਦਲੇ ਉਹ ਮੇਰੀ ਮਾਂ ਨੂੰ ਲੱਖਾਂ ਰੁਪਏ ਦੇਣ ਵਾਲਿਆ ਸੀ। ਸਾਰੇ ਮੈਨੂੰ ਆਪਣੇ ਮਤਲਬ ਲਈ ਇਸਤੇਮਾਲ ਕਰ ਰਹੇ ਸਨ। ਫਿਰ ਮੈਂ ਇੱਕ ਦਿਨ ਬੱਚੇ ਨੂੰ ਜਨਮ ਦਿੱਤਾ। ਮੇਰੀ ਮਾਂ ਬੱਚਾ ਉਸ ਆਦਮੀ ਨੂੰ ਦੇ ਦਿੱਤਾ ਤੇ ਉਸ ਤੋਂ ਲੱਖਾਂ ਰੁਪਏ ਲੈ ਲਏ। ਮੈਂ ਹਰ ਪਲ ਰੱਬ ਤੋਂ ਮੌਤ ਮੰਗਦੀ ਪਰ ਉਹ ਵੀ ਨਾ ਆਈ। ਮੇਰਾ ਦਿਲ ਖੂਨ ਦੇ ਹੰਝੂ ਰੋਂਦਾ। ਮੈਂ ਆਪਣੀ ਮਾਂ ਨੂੰ ਸਵਾਲ ਕੀਤਾ ਕਿ ਕੋਈ ਆਪਣੀ ਸਕੀ ਧੀ ਨਾਲ ਵੀ ਇਸ ਤਰ੍ਹਾਂ ਕਰ ਸਕਦਾ ਹੈ ਤਾਂ ਉਹ ਕਹਿਣ ਲੱਗੀ ਕਿ ਤੂੰ ਮੇਰੀ ਸਕੀ ਧੀ ਨਹੀਂ ਹੈ। ਕੰਨ ਖੋਲ੍ਹ ਕੇ ਸੁਣ, ਮੈਂ ਜਵਾਨੀ ਵਿੱਚ ਬਹੁਤ ਸੋਹਣੀ ਸੀ। ਮੇਰੀ ਮੁੰਡਿਆਂ ਨਾਲ ਦੋਸਤੀ ਹੋਇਆ ਕਰਦੀ ਸੀ। ਮੈਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮੈਂ ਖੁੱਲ੍ਹ ਕੇ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਪਰ ਜਦੋਂ ਮੇਰੇ ਪਿਤਾ ਨੂੰ ਮੇਰੀ ਕਰਤੂਤ ਪਤਾ ਚੱਲੀ ਤਾਂ ਉਸਨੇ ਮੇਰਾ ਵਿਆਹ ਤੇਰੇ ਪਿਓ ਨਾਲ ਕਰਵਾ ਦਿੱਤਾ ਜੋ ਕਿ ਗਰੀਬ ਹੋਣ ਦੇ ਨਾਲ ਨਾਲ ਇੱਕ ਬੱਚੇ ਦਾ ਪਿਓ ਵੀ ਸੀ। ਮੈਂ ਨਾ ਤਾਂ ਤੇਰੇ ਪਿਓ ਨੂੰ ਕਦੇ ਆਪਣਾ ਪਤੀ ਮੰਨਿਆ ਤੇ ਨਾ ਕਦੇ ਤੈਨੂੰ ਆਪਣੀ ਧੀ ਮੰਨਿਆ। ਤੇਰੇ ਪਿਓ ਤੋਂ ਮੈਂ ਤਲਾਕ ਵੀ ਮੰਗਿਆ ਪਰ ਉਹ ਨਾ ਮੰਨਿਆ। ਆਪਣੀ ਮਾਂ ਦੇ ਮੂੰਹੋਂ ਸੱਚ ਸੁਣ ਕੇ ਮੈਂ ਤਾਂ ਕੰਬ ਗਈ। ਉਹ ਤਾਂ ਮੇਰੀ ਮਤਰੇਈ ਮਾਂ ਸੀ, ਇਸ ਲਈ ਉਹ ਮੇਰੇ ਨਾਲ ਇੰਨਾ ਜ਼ੁਲਮ ਕਰ ਰਹੀ ਸੀ। ਮੈਂ ਖੁਦ ਨੂੰ ਹਾਲਾਤ ਦੇ ਹਵਾਲੇ ਕਰ ਦਿੱਤਾ। ਉਸ ਦੇ ਬਾਅਦ ਇੱਕ ਵਾਰ ਮੈਨੂੰ ਫਿਰ ਤੋਂ ਇਸ ਜਿੱਲਤ ਤੋਂ ਗੁਜ਼ਰਨਾ ਪਿਆ। ਮੇਰੀ ਮਾਂ ਨੂੰ ਪੈਸੇ ਕਮਾਉਣ ਦਾ ਜ਼ਰੀਆ ਮਿਲ ਗਿਆ ਸੀ ਤੇ ਉਹ ਲੱਖਾਂ ਕਮਾ ਰਹੀ ਸੀ। ਹੁਣ ਤਾਂ ਮੈਂ ਖੁਦ ਨੂੰ ਨੁਕਸਾਨ ਪਹੁੰਚਾਉਣਾ ਵੀ ਛੱਡ ਦਿੱਤਾ ਸੀ ਕਿਉਂਕਿ ਜੇ ਮੇਰੀ ਕਿਸਮਤ ਵਿੱਚ ਮੌਤ ਲਿਖੀ ਹੁੰਦੀ ਤਾਂ ਬਹੁਤ ਪਹਿਲਾਂ ਆ ਚੁੱਕੀ ਹੁੰਦੀ। ਮੈਂ 2 ਬੱਚਿਆਂ ਨੂੰ ਜਨਮ ਦੇ ਚੁੱਕੀ ਸੀ। ਫਿਰ ਤੀਜੀ ਵਾਰ ਮੇਰੀ ਮਾਂ ਫਿਰ ਤੋਂ ਇੱਕ ਆਦਮੀ ਨੂੰ ਲੈ ਕੇ ਆਈ। ਉਹ ਪੜ੍ਹਿਆ ਲਿਖਿਆ ਤੇ ਸ਼ਰੀਫ ਲੱਗਦਾ ਸੀ ਪਰ ਹੁਣ ਤੱਕ ਸਭ ਦੀ ਸ਼ਰਾਫਤ ਦੇਖ ਚੁੱਕੀ ਸੀ। ਮੈਂ ਨਫ਼ਰਤ ਨਾਲ ਮੂੰਹ ਫੇਰ ਲਿਆ। ਅਗਲੇ ਹੀ ਪਲ ਮੈਂ ਉਸ ਆਦਮੀ ਦੀ ਗੱਲ ਸੁਣ ਕੇ ਚੌਂਕ ਗਈ। ਉਹ ਮੇਰੀ ਮਾਂ ਨੂੰ ਕਹਿ ਰਿਹਾ ਸੀ, ਪਹਿਲਾਂ ਮੈਂ ਤੁਹਾਡੀ ਬੇਟੀ ਨਾਲ ਵਿਆਹ ਕਰਵਾਉਣਾ ਹੈ, ਉਸ ਤੋਂ ਬਾਅਦ ਹੀ ਬੱਚਾ ਲਵਾਂਗਾ। ਬਿਨਾਂ ਵਿਆਹ ਤੋਂ ਮੈਂ ਇਹ ਸਭ ਨਹੀਂ ਕਰ ਸਕਦਾ। ਉਸ ਆਦਮੀ ਦੀ ਗੱਲ ਸੁਣ ਕੇ ਮੇਰੀ ਮਾਂ ਨੇ ਸਾਫ਼ ਮਨਾ ਕਰ ਦਿੱਤਾ ਕਿਉਂਕਿ ਮੈਂ ਉਹਨਾਂ ਲਈ ਇੱਕ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸੀ ਤੇ ਉਹ ਹੌਲੀ-ਹੌਲੀ ਅੰਡੇ ਲੈਣਾ ਚਾਹੁੰਦੀ ਸੀ, ਨਾ ਕਿ ਉਹ ਮੁਰਗੀ ਨੂੰ ਇੱਕ ਵਾਰ ਵਿੱਚ ਹੀ ਹਲਾਲ ਕਰਨਾ ਚਾਹੁੰਦੀ ਸੀ। ਪਰ ਕਹਿੰਦੇ ਹਨ ਕਿ ਲਾਲਚੀ ਇਨਸਾਨ ਕਿਤੇ ਨਾ ਕਿਤੇ ਤਾਂ ਮਾਰ ਖਾ ਹੀ ਜਾਂਦਾ ਹੈ। ਮੇਰੀ ਮਾਂ ਵੀ ਲਾਲਚ ਵਿੱਚ ਆ ਗਈ। ਜਦੋਂ ਉਸ ਆਦਮੀ ਨੇ ਖੂਬ ਸਾਰੇ ਪੈਸੇ ਮੇਰੀ ਮਾਂ ਨੂੰ ਦਿੱਤੇ ਤਾਂ ਉਦੋਂ ਹੀ ਮੰਨ ਗਈ। ਮੇਰੀ ਮਾਂ ਨੇ ਮੇਰਾ ਵਿਆਹ ਉਸ ਆਦਮੀ ਨਾਲ ਕਰਵਾ ਦਿੱਤਾ। ਘਰ ਪਹੁੰਚੇ ਤਾਂ ਉਸ ਦੀ ਮਾਂ ਨੇ ਸਾਡਾ ਸਵਾਗਤ ਬਹੁਤ ਖੁਸ਼ੀ ਨਾਲ ਕੀਤਾ ਪਰ ਮੈਂ ਹੈਰਾਨ ਸੀ ਕਿ ਉਸ ਨੂੰ ਤਾਂ ਕੋਈ ਵੀ ਕੁੜੀ ਮਿਲ ਸਕਦੀ ਸੀ। ਫਿਰ ਹੋ ਸਕਦਾ ਹੈ ਉਸ ਦੀ ਪਤਨੀ ਬਾਂਝ ਹੋਵੇ, ਇਸ ਲਈ ਬੱਚੇ ਦੇ ਲਈ ਉਸਨੇ ਮੇਰੇ ਨਾਲ ਵਿਆਹ ਕਰਵਾਇਆ ਹੋਵੇ। ਹੁਣ ਮੈਂ ਇਸ ਨਰਕ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਪਰ ਕਰ ਵੀ ਕੀ ਸਕਦੀ ਸੀ। ਮੇਰਾ ਪਤੀ ਅੰਦਰ ਆਇਆ। ਉਸਨੇ ਮੇਰੇ ਕੋਲ ਆ ਕੇ ਬੈਠ ਗਿਆ। ਉਹ ਜੋ ਬੋਲਿਆ ਸੁਣ ਕੇ ਮੇਰੇ ਕੰਨਾਂ 'ਤੇ ਯਕੀਨ ਨਾ ਹੋਇਆ। ਉਸਨੇ ਮੈਥੋਂ ਮਾफ़ੀ ਮੰਗੀ, ਕਿਹਾ ਕਿ ਮੈਂ ਤੇਰੇ ਪਾਪਾ ਦਾ ਹਥਿਆਰਾ ਹਾਂ। ਉਸ ਦਿਨ ਮੇਰੀ ਗੱਡੀ ਨਾਲ ਹੀ ਤੇਰੇ ਪਾਪਾ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ। ਉਸ ਦਿਨ ਤਾਂ ਡਰਦੇ ਮਾਰੇ ਮੈਂ ਉੱਥੋਂ ਚਲਿਆ ਗਿਆ ਤੇ ਫਿਰ ਵਿਦੇਸ਼ ਚਲਿਆ ਗਿਆ ਤਾਂ ਕਿ ਮੇਰੇ 'ਤੇ ਕੋਈ ਐਕਸ਼ਨ ਨਾ ਆ ਜਾਵੇ। ਪਰ ਮੈਂ ਆਪਣੇ ਆਦਮੀ ਨੂੰ ਕਿਹਾ ਕਿ ਤੇਰੇ ਪਾਪਾ ਬਾਰੇ ਸਭ ਪਤਾ ਕੀਤਾ ਕਿਉਂਕਿ ਮੈਂ ਉਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਸੀ। ਮੇਰੇ ਆਦਮੀ ਨੇ ਤੇਰੀ ਤੇ ਤੇਰੀ ਮਾਂ ਦੀ ਸਾਰੀ ਸੱਚਾਈ ਪਤਾ ਕੀਤੀ। ਫਿਰ ਮੈਂ ਆਪਣੀ ਮਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਤੇਰੇ ਨਾਲ ਵਿਆਹ ਕਰਨ ਦਾ ਸੁਝਾਅ ਦਿੱਤਾ। ਮੈਂ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਇਆ ਹਾਂ ਤੇ ਸਹੀ ਸਮਾਂ ਦੇਖ ਕੇ ਮੈਂ ਤੇਰੇ ਘਰ ਪਹੁੰਚ ਗਿਆ। ਮੈਂ ਪਾਪਾ ਨੂੰ ਯਾਦ ਕਰਕੇ ਰੋਣ ਲੱਗੀ। ਮੈਨੂੰ ਆਪਣੇ ਪਤੀ 'ਤੇ ਗੁੱਸਾ ਤਾਂ ਆਇਆ। ਫਿਰ ਮੈਂ ਸੋਚਿਆ ਸ਼ਾਇਦ ਪਾਪਾ ਦੀ ਜ਼ਿੰਦਗੀ ਇੰਨੀ ਹੀ ਸੀ। ਜੇ ਮੇਰਾ ਪਤੀ ਇਹ ਸੱਚਾਈ ਮੈਨੂੰ ਨਾ ਦੱਸਦਾ ਫਿਰ ਮੈਂ ਉਸੇ ਦਲਦਲ ਵਿੱਚ ਫਸੀ ਰਹਿਣਾ ਸੀ। ਮੈਂ ਉਹਨਾਂ ਨੂੰ ਮਾफ़ ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮੇਰੀ ਸੱਸ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਕੁਝ ਸਮੇਂ ਬਾਅਦ ਪਤਾ ਚੱਲਿਆ ਕਿ ਮੇਰੀ ਮਾਂ ਨੂੰ ਇੱਕ ਲਾਇਲਾਜ ਬਿਮਾਰੀ ਹੋ ਗਈ ਹੈ ਜੋ ਉਸ ਦੀਆਂ ਕਰਤੂਤਾਂ ਦਾ ਨਤੀਜਾ ਸੀ। ਮੈਂ ਇੱਕ ਵਾਰ ਉਸਨੂੰ ਹਸਪਤਾਲ ਦੇਖਣ ਗਈ। ਉਹ ਆਖਰੀ ਦਿਨ ਕੱਟ ਰਹੀ ਸੀ ਪਰ ਮੈਂ ਦੁਬਾਰਾ ਉਸਨੂੰ ਕਦੇ ਮਿਲਣ ਨਾ ਗਈ। ਇੱਕ ਦਿਨ ਉਸਦੀ ਮੌਤ ਹੋ ਗਈ। ਮੈਂ ਅੱਜ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।